ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਦਿਆਰਥੀਓ, ਮੈਂ ਤੁਹਾਡਾ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਗਿਲਜੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਪੰਜਾਬ। ਵਿਦਿਆਰਥੀਓ, ਅੱਜ ਆਪਾਂ ਤੁਹਾਡੀ 12ਵੀਂ ਕਲਾਸ ਦੀ ਇਲੈਕਟਿਵ ਪੰਜਾਬੀ ਦੀ ਪਾਠ ਪੁਸਤਕ ਮੱਧਕਾਲੀਨ ਕਾਵਿ ਪੜ੍ਹ ਰਹੇ ਹਾਂ ਤੇ ਉਹਦੇ ਵਿੱਚ ਆਪਾਂ ਸਾਹਿਤ ਦੇ ਰੂਪ ਪੜਾਂਗੇ। ਸਾਹਿਤ ਦੇ ਰੂਪ ਦੇ ਵਿੱਚ ਆਪਣਾ ਉਪ ਵਿਸ਼ਾ ਅੱਜ ਰਹੇਗਾ ਜੀਵਨੀ। ਵਿਦਿਆਰਥੀਓ, ਅਸੀਂ ਬਹੁਤ ਸਾਰੇ ਮਹਾਨ ਸਾਡੇ ਪੀਰਾਂ, ਫਕੀਰਾਂ, ਗੁਰੂਆਂ, ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਤੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜੀਵਨੀਆਂ ਅਸੀਂ ਪੜ੍ਹਦੇ ਹਾਂ ਤੇ ਇਹ ਸਾਡੇ ਕੋਲੇ ਤਾਂ ਹੀ ਪਹੁੰਚੀਆਂ ਜੇ ਇਹਨਾਂ ਨੂੰ ਕਿਸੇ ਨੇ ਲਿਖਤੀ ਰੂਪ ਦਿੱਤਾ। ਤਾਂ ਜੀਵਨੀ ਲਿਖਣਾ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਕਲਾ ਹੈ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਕਿਸੇ ਵੀ ਦੂਸਰੇ ਦੇ ਬਾਰੇ ਲਿਖਦਿਆਂ ਹੋਇਆਂ ਸਾਨੂੰ ਇਹ ਗੱਲ ਬਹੁਤ ਧਿਆਨ ਵਿੱਚ ਰੱਖਣੀ ਪੈਂਦੀ ਹੈ ਕਿ ਅਸੀਂ ਉਹਦੇ ਨਾਲ ਜ਼ਿਆਦਾ ਪ੍ਰੇਮ ਜਾਂ ਵੈਰ ਵਿਰੋਧ ਕਾਰਨ ਕੁਝ ਲਿਖਤ ਦੇ ਵਿੱਚ ਅਜਿਹਾ ਸ਼ਾਮਲ ਨਾ ਕਰੀਏ ਜੋ ਉਸ ਦੇ ਜੀਵਨ ਸੰਗਰਾਮ ਨਾਲ, ਉਸ ਦੀਆਂ ਲਿਖਤਾਂ ਨਾਲ, ਉਸ ਦੀ ਘਾਲਣਾ ਦੇ ਨਾਲ ਨਾ ਢੁਕਦਾ ਹੋਵੇ। ਸੋ ਇਸੇ ਕਰਕੇ ਹੀ ਜੋ ਬਹੁਤ ਸਾਰੀਆਂ ਜੀਵਨੀਆਂ ਉਹ ਸਰਵ ਪ੍ਰਵਾਨਿਤ ਹੁੰਦੀਆਂ ਤੇ ਬਹੁਤ ਸਾਰੀਆਂ ਨੂੰ ਲੋਕਾਂ ਵੱਲੋਂ ਨਕਾਰ ਦਿੱਤਾ ਜਾਂਦਾ ਹੈ। ਜੀਵਨੀ ਕੀ ਹੈ ਤੇ ਇਸ ਨੂੰ ਲਿਖਣ ਦਾ ਢੰਗ ਕੀ ਹੈ, ਇਹਦੇ ਬਾਰੇ ਆਪਾਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਆਪਾਂ ਅੱਜ ਪੜ੍ਹਾਂਗੇ। ਤੇ ਆਓ ਫਿਰ ਆਪਾਂ ਆਪਣੇ ਵਿਸ਼ੇ ਵੱਲ ਵੱਧਦੇ ਹਾਂ ਤੇ ਪਹਿਲਾਂ ਗੱਲ ਕਰਦੇ ਹਾਂ ਕਿ ਜੀਵਨੀ ਹੈ ਕੀ। ਸਧਾਰਨ ਸ਼ਬਦਾਂ ਵਿੱਚ ਪਹਿਲਾਂ ਸਮਝੀਏ ਪਿਆਰੇ ਵਿਦਿਆਰਥੀਓ ਕਿ ਜੀਵਨੀ ਹੁੰਦੀ ਹੈ ਕਿਸੇ ਵੀ ਵਿਅਕਤੀ ਦੀ ਜੀਵਨ ਕਥਾ। ਅਸੀਂ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਲੇਖ ਕਰਦੇ ਹੋ, ਉਹਦੇ ਵਿੱਚ ਅਸੀਂ ਉਹਨਾਂ ਦੇ ਮੋਟੇ ਜਿਹੜੇ ਜੀਵਨ ਦੇ ਅੰਸ਼ ਹੈ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ, ਪਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸੰਪੂਰਨ ਜੀਵਨੀ ਹੈ ਉਹ ਟੁਕੜਿਆਂ ਦੇ ਵਿੱਚ ਲਿਖੀ ਹੋਈ ਸਾਡੇ ਕੋਲੇ ਪਹੁੰਚਦੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਮਹਾਨ ਲੋਕ ਹੋਏ ਆ ਉਹਨਾਂ ਸਾਰਿਆਂ ਦੀਆਂ ਜੀਵਨ ਲਿਖਤਾਂ ਉਹ ਸਾਡੇ ਕੋਲੇ ਪਹੁੰਚਦੀਆਂ ਹੈ। ਤਾਂ ਜੀਵਨੀ ਨੂੰ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਕਿਸੇ ਮਨੁੱਖ ਦੇ ਜੀਵਨ ਬਾਰੇ ਬਿਉਰਾ, ਜਾਣਕਾਰੀ। ਹੁਣ ਆਪਾਂ ਇਸ ਨੂੰ ਕਿਤਾਬੀ ਭਾਸ਼ਾ ਦੇ ਵਿੱਚ ਪੜ੍ਹਦੇ ਹਾਂ। ਅੰਗਰੇਜ਼ੀ ਦੇ ਲੇਖਕ ਮਾਰਕ ਟਵੈਨ ਅਨੁਸਾਰ ਜੀਵਨੀ ਮਨੁੱਖ ਦੀ ਅਜਿਹੀ ਪੁਸ਼ਾਕ ਹੈ ਜਿਸ ਵਿੱਚ ਝਰੋਖੇ ਹੀ ਝਰੋਖੇ ਹੁੰਦੇ ਹਨ ਅਤੇ ਜਿਸ ਨੂੰ ਮਨੁੱਖ ਆਪ ਨਹੀਂ ਲਿਖ ਸਕਦਾ। ਮਾਰਕ ਟਵੇਨ ਇੱਥੇ ਕਹਿ ਰਿਹਾ ਕਿ ਅਜਿਹੀ ਪੁਸ਼ਾਕ ਜਿਸ ਵਿੱਚ ਝਰੋਖੇ ਹੀ ਝਰੋਖੇ ਹੁੰਦੇ ਹੈ ਤੇ ਜਿਸ ਨੂੰ ਮਨੁੱਖ ਆਪ ਨਹੀਂ ਲਿਖ ਸਕਦਾ, ਕਿਉਂਕਿ ਜਦੋਂ ਅਸੀਂ ਆਪ ਲਿਖਾਂਗੇ ਤਾਂ ਇੱਕ ਤਾਂ ਉਹਦੀ ਜਿਹੜੀ ਵਿਧਾ ਹੈ ਉਹ ਬਦਲ ਜੂਗੀ, ਉਹ ਸਵੈ ਜੀਵਨੀ ਦੇ ਵਿੱਚ ਚਲੀ ਜਾਊਗੀ ਤੇ ਦੂਸਰਾ ਆਪਣੇ ਬਾਰੇ ਹਰ ਕੋਈ ਓਨਾ ਸੱਚ ਨਹੀਂ ਲਿਖ ਸਕਦਾ ਜਿੰਨਾ ਸੱਚ ਹੋਣਾ ਚਾਹੀਦਾ ਹੈ। ਤਾਂ ਆਪ ਲਿਖੀ ਜਿਹੜੀ ਉਹ ਜੀਵਨੀ ਦੀ ਵਿਧਾ ਦੇ ਵਿੱਚ ਨਹੀਂ ਆਉਂਦੀ, ਉਹ ਸਵੈ ਜੀਵਨੀ ਵੱਲ ਚਲੀ ਜਾਣੀ ਹੈ। ਇਸ ਕਰਕੇ ਜੀਵਨੀ ਇੱਕ ਪਰਜੀਵੀ ਕਲਾ ਹੈ। ਜੀਵਨੀ ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਦਾ ਬਿਉਰਾ ਹੈ। ਜੀਵਨੀ ਨਿਰਾ ਘਟਨਾਵਾਂ ਦਾ ਵੇਰਵਾ ਨਹੀਂ ਹੁੰਦੀ। ਬੜੀ ਗੌਰ ਕਰਨ ਵਾਲੀ ਗੱਲ ਹੈ ਕਿ ਜੀਵਨੀ ਨਿਰਾ ਘਟਨਾਵਾਂ ਦਾ ਵੇਰਵਾ ਨਹੀਂ ਹੁੰਦੀ, ਸਗੋਂ ਉਸ ਵਿੱਚ ਨਾਇਕ ਦੇ ਜੀਵਨ ਵਿੱਚ ਲੁਕੇ ਉਸ ਦੇ ਵਿਕਾਸ ਨੂੰ, ਉਸ ਦੀ ਸ਼ਖਸੀਅਤ ਦੇ ਗੁੱਝੇ ਭੇਤਾਂ ਨੂੰ ਤੇ ਉਸ ਦੀ ਜੀਵਨ ਧਾਰਾ ਨੂੰ ਪਾਠਕਾਂ ਦੇ ਸਾਹਮਣੇ ਸਪਸ਼ਟ ਰੂਪ ਵਿੱਚ ਸਾਕਾਰ ਕੀਤਾ ਜਾਂਦਾ ਹੈ। ਸਫਲ ਜੀਵਨੀ ਵਿੱਚ ਹੇਠ ਲਿਖੇ ਤੱਤ ਕਰਮਸ਼ੀਲ ਹੁੰਦੇ ਹਨ। ਅੱਗੇ ਆਪਾਂ ਇਸ ਦੇ ਤੱਤਾਂ ਬਾਰੇ ਪੜ੍ਹਾਂਗੇ। ਵਿਦਿਆਰਥੀਓ, ਜਿਸ ਤਰ੍ਹਾਂ ਤੁਸੀਂ ਪਾਠ ਪੜ੍ਹਦੇ ਹੋਵੋਗੇ, ਆਪਦੇ ਪੜ੍ਹਿਆ ਹੋਣਾ ਤੁਸੀਂ ਸ਼ਿਵ ਸਿੰਘ ਬੁੱਤ ਘੜਾ, ਕਿ ਉਹ ਜੋ ਸ਼ਿਵ ਸਿੰਘ ਜੀ ਹੈ ਉਹ ਬਹੁਤ ਸੋਹਣੇ ਬੁੱਤ ਘੜਦੇ ਸੀ। ਕਿਸੇ ਵੀ ਵਿਅਕਤੀ ਦਾ ਉਹ ਪੱਥਰ ਦਾ ਜਾਂ ਕਿਸੇ ਹੋਰ ਧਾਤ ਦਾ ਜਿਹੜੇ ਚਿੱਤਰ ਬਣਾਉਂਦੇ ਸੀ। ਉਸੇ ਤਰ੍ਹਾਂ ਜਿਹੜੀ ਜੀਵਨੀ ਹੈ ਉਹ ਅਸੀਂ ਕਿਸੇ ਦੇ ਜੀਵਨ ਨੂੰ ਘੜਨਾ ਹੁੰਦਾ ਤੇ ਉਸ ਨੂੰ ਘੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ। ਮਤਲਬ ਕਹਿ ਲਓ ਕਿ ਜੀਵਨੀ ਕਿਸੇ ਵਿਅਕਤੀ ਦੇ ਜੀਵਨ ਦਾ ਐਸਾ ਬਿਉਰਾ ਹੁੰਦੀ ਹੈ ਜਿਹਦੇ ਤੇ ਪਾਠਕਾਂ ਨੇ ਭਰੋਸਾ ਕਰਨਾ ਹੁੰਦਾ।
ਤਾਂ ਜੀਵਨੀ ਲਿਖਣੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ। ਕਿਸੇ ਦੀ ਵੀ ਜੀਵਨੀ ਹਰ ਕੋਈ ਨਹੀਂ ਲਿਖ ਸਕਦਾ। ਇਸੇ ਲਈ ਜੋ ਸਾਡੇ ਕੋਲੇ ਜੀਵਨੀਆਂ ਪਹੁੰਚਦੀਆਂ, ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਜਾਂ ਹੋਰ ਵੱਡੇ ਵੱਡੇ ਮਹਾਨ ਲੋਕਾਂ ਦੀਆਂ ਜੀਵਨੀਆਂ, ਕਈ ਵਾਰ ਉਹਨਾਂ 'ਤੇ ਕਿੰਤੂ ਪਰੰਤੂ ਹੋਣ ਲੱਗ ਜਾਂਦਾ। ਕਿਉਂਕਿ ਉਹਨਾਂ ਵਿੱਚ ਕਿਤੇ ਨਾ ਕਿਤੇ ਸਾਨੂੰ ਸ਼ਰਧਾ ਜਿਹੜੀ ਹੈ ਉਹ ਭਾਰੂ ਦਿਖਣ ਲੱਗ ਜਾਂਦੀ। ਕਿਸੇ ਵਿਅਕਤੀ ਨੇ ਕਿਸੇ ਦੀ ਜੀਵਨੀ ਲਿਖੀ, ਉਸ ਵਿਅਕਤੀ ਦਾ ਹੋ ਸਕਦਾ ਉਸ ਵਿਅਕਤੀ ਨਾਲ ਕੋਈ ਵਿਸ਼ੇਸ਼ ਲਗਾਵ ਹੋਵੇ, ਤਾਂ ਅਜਿਹੀ ਜਾਣਕਾਰੀ ਸਾਡੇ ਕੋਲੇ ਪਹੁੰਚਦੀ ਹੈ ਕਿ ਜੋ ਉਸ ਵਿਅਕਤੀ ਦਾ ਅਸਲੀ ਜੀਵਨ ਹੁੰਦਾ ਹੈ, ਉਸ ਜੀਵਨ ਨਾਲ ਫਿਰ ਉਹ ਜੀਵਨੀ ਦੇ ਜਿਹੜੇ ਘਟਨਾਵਾਂ ਉਹ ਮੇਲ ਨਹੀਂ ਖਾਂਦੀਆਂ, ਤੇ ਉੱਥੇ ਜਿਹੜਾ ਪਾਠਕ ਹੈ ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੁੰਦੀ। ਤਾਂ ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਜੀਵਨੀ ਹੈ ਇਹ ਬਹੁਤ ਹੀ ਜ਼ਿੰਮੇਵਾਰੀ ਭਰਿਆ ਕੰਮ ਹੈ। ਇਹਨੂੰ ਲਿਖਣ ਦੀ ਇੱਕ ਅਲੱਗ ਕਲਾ ਹੈ। ਅਸੀਂ ਜੀਵਨੀ ਰਾਹੀਂ ਕਿਸੇ ਵੀ ਮਨੁੱਖ ਨੂੰ ਦੂਜੇ ਮਨੁੱਖਾਂ ਦੇ ਸਾਹਮਣੇ ਇਸ ਤਰ੍ਹਾਂ ਸਾਕਾਰ ਕਰਨਾ ਹੁੰਦਾ ਹੈ ਜਿਸ ਤਰ੍ਹਾਂ ਕੋਈ ਬੁੱਤ ਘੜ ਕੇ ਕਿਸੇ ਦੇ ਸਾਹਮਣੇ ਰੱਖ ਦਈਦਾ ਹੈ, ਕਿਸੇ ਦੀ ਤਸਵੀਰ ਬਣਾ ਕੇ ਕਿਸੇ ਦੇ ਸਾਹਮਣੇ ਰੱਖ ਦਈਦਾ। ਤਾਂ ਉਮੀਦ ਹੈ ਕਿ ਤੁਸੀਂ ਜੀਵਨੀ ਨੂੰ ਜ਼ਰੂਰ, ਜੀਵਨੀ ਦੇ ਭਾਵ ਨੂੰ ਸਮਝੇ ਹੋਵੋਗੇ ਕਿ ਜੀਵਨੀ ਹੁੰਦੀ ਕੀ ਹੈ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ, ਕਿਉਂਕਿ ਜੀਵਨੀ ਉਸੇ ਹੀ ਇਨਸਾਨ ਦੀ, ਪਿਆਰੇ ਵਿਦਿਆਰਥੀਓ, ਲਿਖੀ ਜਾਂਦੀ ਹੈ ਜਿਸ ਨੇ ਜੀਵਨ ਵਿੱਚ ਕੁਝ ਪ੍ਰਾਪਤੀਆਂ ਕੀਤੀਆਂ। ਜੀਵਨੀ ਸਿਰਫ ਇੱਕ ਕਹਾਣੀ ਨਹੀਂ ਹੁੰਦੀ ਕਿ ਕਿਸੇ ਦੀ ਵੀ ਅਸੀਂ ਜੀਵਨੀ ਲਿਖ ਦਈਏ। ਜੀਵਨੀ ਤਾਂ ਲਿਖਣ ਨੂੰ ਤਾਂ ਹਰ ਇੱਕ ਦੀ ਜੀਵਨੀ ਲਿਖੀ ਜਾ ਸਕਦੀ ਹੈ, ਪਰ ਜੀਵਨੀ ਲਿਖਣ ਦਾ ਇੱਕ ਉਦੇਸ਼ ਮੁੱਖ ਸਪਸ਼ਟ ਹੁੰਦਾ ਹੈ ਕਿ ਅਸੀਂ ਉਸ ਜੀਵਨੀ ਦੇ ਆਧਾਰ 'ਤੇ ਕਿਸੇ ਦੇ ਜੀਵਨ ਨੂੰ ਸੇਧ ਦੇਣੀ ਹੁੰਦੀ ਹੈ। ਤਾਂ ਫਿਰ ਉਹਨਾਂ ਲੋਕਾਂ ਦੀਆਂ ਹੀ ਜੀਵਨੀਆਂ ਲਿਖੀਆਂ ਜਾਂਦੀਆਂ ਜਿਨ੍ਹਾਂ ਲੋਕਾਂ ਨੇ ਕਿਸੇ ਦੂਸਰੇ ਲਈ ਕੋਈ ਅਜਿਹੇ ਕੰਮ ਕੀਤੇ ਹੋਣ ਜਿਹੜੇ ਪਾਠਕਾਂ ਨੂੰ ਸੇਧ ਦੇ ਸਕਣ। ਤਾਂ ਇਸੇ ਲਈ ਜੀਵਨੀ ਦਾ ਨਾਇਕ ਬੜਾ ਮਹੱਤਵਪੂਰਨ ਹੁੰਦਾ ਹੈ। ਜੀਵਨੀ ਦੇ ਨਾਇਕ ਦੇ ਵਿੱਚ ਅਸੀਂ ਉਸ ਨੂੰ ਗਿਣਦੇ ਹਾਂ ਜਿਸ ਦਾ ਜੀਵਨੀ ਦੇ ਵਿੱਚ ਉਸਦੇ ਜੀਵਨ ਦਾ ਬਿਉਰਾ ਦਿੱਤਾ ਹੁੰਦਾ, ਉਹੀ ਉਸ ਜੀਵਨੀ ਦਾ ਨਾਇਕ ਹੁੰਦਾ, ਨਾ ਕਿ ਉਸ ਜੀਵਨੀ ਦਾ ਲੇਖਕ। ਜੀਵਨੀ ਦਾ ਨਾਇਕ ਜੇ ਅਸੀਂ ਦੇਖੀਏ, ਧਾਰਮਿਕ ਆਗੂ, ਪੀਰ ਪੈਗੰਬਰ, ਗੁਰੂ, ਸੰਤ, ਮਹਾਤਮਾ, ਮਹਾਪੁਰਸ਼, ਦੇਸ਼ ਭਗਤ ਜਾਂ ਸਾਹਿਤਕਾਰ ਹੁੰਦਾ। ਇਹ ਜੀਵਨੀ ਦਾ ਪਹਿਲਾ ਖੇਤਰ ਅਸੀਂ ਇਸ ਨੂੰ ਕਹਿ ਸਕਦੇ ਹਾਂ। ਸਾਡੇ ਕੋਲੇ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਆਪਣੇ 10 ਗੁਰੂ ਸਾਹਿਬਾਨ ਦੀਆਂ ਜੀਵਨੀਆਂ ਆਪਣੇ ਕੋਲੇ ਪਹੁੰਚਦੀਆਂ। ਪੀਰਾਂ, ਫਕੀਰਾਂ, ਸੂਫੀਆਂ ਦੀਆਂ ਜਿਹੜੀਆਂ ਜੀਵਨੀਆਂ ਉਹ ਸਾਡੇ ਕੋਲੇ ਪਹੁੰਚਦੀਆਂ। ਤਾਂ ਉਹ ਤਾਂ ਹੀ ਪਹੁੰਚੀਆਂ ਜੇ ਉਹਨਾਂ ਨੂੰ ਕਿਸੇ ਨੇ ਲਿਖਤੀ ਰੂਪ ਦਿੱਤਾ, ਉਸ ਦਾ ਕਿਸੇ ਨੇ ਲਿਪੀਕਰਨ ਕੀਤਾ। ਪੁਰਾਤਨ ਜੀਵਨੀਆਂ ਸ਼ਖਸੀਅਤ, ਪ੍ਰਗਤੀ, ਸ਼ਰਧਾ ਤੇ ਮਿਥਿਹਾਸਕ ਕਥਾਵਾਂ ਦੇ ਆਧਾਰ 'ਤੇ ਹੀ ਰਚੀਆਂ ਗਈਆਂ। ਆਪਾਂ ਇਹਦੇ ਬਾਰੇ ਪਹਿਲਾਂ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਜੀਵਨੀਆਂ ਅਜਿਹੀਆਂ ਵੀ ਹੈ ਜਿਹੜੀਆਂ ਪਾਠਕਾਂ ਦੇ ਮਨਾਂ ਦੇ ਵਿੱਚ ਭਰੋਸਾ ਪੈਦਾ ਕਰਨ ਦੀ ਬਜਾਏ ਸ਼ੰਕਾ ਪੈਦਾ ਕਰ ਦਿੰਦੀਆਂ। ਹੁਣ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਦਾ ਗੁਰੂ ਨਾਨਕ ਦੇਵ ਜੀ ਦਾ ਆਪਣਾ ਚਰਿੱਤਰ ਸੀ, ਜਿਸ ਤਰ੍ਹਾਂ ਦੇ ਉਹ ਮਹਾਨ ਪੁਰਖ ਹੋਏ ਹੈ, ਜਿਸ ਤਰ੍ਹਾਂ ਦੇ ਉਹ ਅਵਤਾਰ ਹੋਏ ਹੈ, ਉਹ ਉਹਨਾਂ ਦੀ ਬਾਣੀ ਤੋਂ ਸਪਸ਼ਟ ਹੈ। ਪਰ ਜੇ ਸਾਨੂੰ ਕੋਈ ਉਹਨਾਂ ਦੀ ਲਿਖੀ ਹੋਈ ਅਜਿਹੀ ਜੀਵਨੀ ਮਿਲੇ ਜਿਸ ਵਿੱਚ ਕਿਸੇ ਅਲੱਗ ਤਰ੍ਹਾਂ ਦੇ ਚਮਤਕਾਰਾਂ ਦੀਆਂ ਗੱਲਾਂ ਕੀਤੀਆਂ ਹੋਣ ਜਾਂ ਕੁਝ ਹੋਰ ਗੱਲਾਂ ਕੀਤੀਆਂ ਹੋਣ, ਤਾਂ ਉੱਥੇ ਫਿਰ ਇੱਕ ਇਹ ਸ਼ੰਕਾ ਪੈਦਾ ਹੋ ਜਾਂਦੀ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਕੀ ਦਿੱਤਾ? ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਖੁਦ ਉਹਨਾਂ ਨੇ ਇੱਕ ਆਮ ਇਨਸਾਨ ਦੀ ਤਰ੍ਹਾਂ ਜੀਵਨ ਜੀ ਕੇ, ਭਗਤੀ ਕਰਕੇ, ਲੋਕਾਂ ਨੂੰ ਉਪਦੇਸ਼ ਦੇ ਕੇ ਤੇ ਅੰਤਮ ਸਮਾਂ ਹਲ ਚਲਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ। ਹੁਣ ਜੇ ਉਹਨਾਂ ਦੇ ਜੀਵਨ ਬਾਰੇ ਕੁਝ ਅਜਿਹੀਆਂ ਗੱਲਾਂ ਲਿਖੀਆਂ ਜਾਣ ਜਿਹੜੀਆਂ ਕਿ ਇਸ ਕਿਰਤ ਦੇ ਸਿਧਾਂਤ ਦੇ ਨਾਲ ਮੇਲ ਨਾ ਖਾਣ, ਤਾਂ ਉਹ ਜੀਵਨੀ ਫਿਰ ਸ਼ੰਕਾ ਦੇ ਘੇਰੇ ਦੇ ਵਿੱਚ ਆ ਜਾਂਦੀ। ਇਸੇ ਲਈ ਇੱਥੇ ਆਪਾਂ ਇਹ ਦਰਸਾਇਆ ਹੋਇਆ ਕਿ ਮਿਥਕ ਕਥਾਵਾਂ ਦੇ ਆਧਾਰ 'ਤੇ ਜਿਹੜੀਆਂ ਪੁਰਾਣੀਆਂ ਜੀਵਨੀਆਂ ਉਹ ਰਚੀਆਂ ਜਾਂਦੀਆਂ ਸੀਗੀਆਂ। ਪਰ ਆਧੁਨਿਕ ਕਾਲ ਵਿੱਚ ਮਹਾਂਪੁਰਖਾਂ ਦੀਆਂ ਜੀਵਨ ਘਟਨਾਵਾਂ ਦੇ ਨਵੀਨ ਅਰਥ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਦਿਆਰਥੀਓ, ਸਮਾਂ ਬਦਲਿਆ। ਜਿਹੜੀਆਂ ਪੁਰਾਣੀਆਂ ਜੀਵਨੀਆਂ ਸੀ ਉਹਨਾਂ ਨੂੰ ਵਿਸ਼ਵਾਸਾਂ ਦੇ ਆਧਾਰ 'ਤੇ, ਮਿਥਿਹਾਸ ਜਿਹੜਾ ਉਹਨਾਂ ਦੇ ਹੱਥ ਲੱਗਿਆ ਉਹਨਾਂ ਦੇ ਆਧਾਰ 'ਤੇ ਲਿਖ ਦਿੱਤਾ ਗਿਆ।
ਪਰ ਅੱਜ ਕੱਲ੍ਹ ਦੀ ਜਿਹੜੀਆਂ ਜੀਵਨੀਆਂ, ਸਮਾਂ ਬਦਲ ਗਿਆ, ਤਾਂ ਉਹਨਾਂ ਜੀਵਨੀਆਂ ਦੇ ਆਧਾਰ 'ਤੇ ਅਸੀਂ ਉਹਨਾਂ ਜੀਵਨੀਆਂ ਦੇ ਇੱਕ ਨਵੇਂ ਅਰਥ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਸਮਾਂ ਬਦਲਣ ਦੇ ਨਾਲ ਜਿਵੇਂ ਜਿਵੇਂ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ, ਸਾਡੇ ਕੋਲੇ ਕਿਸੇ ਵੀ ਮਨੁੱਖ ਬਾਰੇ ਜਿਹੜੇ ਜ਼ਿਆਦਾ ਤੱਥ ਹੈ ਉਹ ਸਾਨੂੰ ਸਾਂਭੇ ਮਿਲਣ ਲੱਗ ਗਏ, ਜਿਸ ਕਾਰਨ ਜਿਹੜੀਆਂ ਜੀਵਨੀਆਂ ਉਹ ਲਿਖਣੀਆਂ ਸੌਖੀਆਂ ਹੋ ਗਈਆਂ। ਪਹਿਲੇ ਖੇਤਰ ਦੀ ਆਪਾਂ ਗੱਲ ਕੀਤੀ ਸੀ, ਜਿਹਦੇ ਵਿੱਚ ਧਾਰਮਿਕ ਆਗੂ, ਪੀਰ, ਪੈਗੰਬਰ, ਸੰਤ, ਮਹਾਤਮਾ, ਮਹਾਂਪੁਰਖ, ਦੇਸ਼ ਭਗਤ, ਸਾਹਿਤਕਾਰ ਜਿਹੜੇ ਉਹ ਜੀਵਨੀਆਂ ਦਾ ਹਿੱਸਾ ਹੁੰਦੇ ਹੈ। ਦੂਸਰੀਆਂ ਜੀਵਨੀਆਂ ਦਾ ਵੱਡਾ ਖੇਤਰ ਜਿਹੜਾ ਹੈ ਉਹ ਹੈ ਰਾਜਸੀ ਆਗੂਆਂ ਤੇ ਆਜ਼ਾਦੀ ਸੰਗਰਾਮੀਆਂ ਤੇ ਵੀਰ ਸਪੂਤਾਂ ਦਾ। ਵਿਦਿਆਰਥੀਓ, ਤੁਸੀਂ ਬਹੁਤ ਸਾਰੇ ਰਾਜਸੀ ਆਗੂਆਂ ਦੀਆਂ ਜੀਵਨੀਆਂ ਪੜ੍ਹਦੇ ਹੋਵੋਗੇ। ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਉਹਨਾਂ ਕਿੰਨੇ ਵੀ ਅਸੀਂ ਗਿਣ ਲਈਏ, ਉਹਨਾਂ ਦੀਆਂ ਅਸੀਂ ਜੀਵਨੀਆਂ ਪੜ੍ਹਦੇ ਹਾਂ। ਆਜ਼ਾਦੀ ਸੰਗਰਾਮੀਆਂ ਦੇ ਵਿੱਚ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਹੋਰ ਕਿੰਨੇ ਜਿਨ੍ਹਾਂ ਨੇ ਸਾਡੇ ਦੇਸ਼ ਲਈ ਸ਼ਹੀਦੀਆਂ ਦਿੱਤੀਆਂ, ਉਹਨਾਂ ਦੀਆਂ ਅਸੀਂ ਜੀਵਨੀਆਂ ਪੜ੍ਹਦੇ ਹਾਂ। ਤੇ ਵੀਰ ਸਪੂਤਾਂ ਦੀਆਂ, ਜਿਨ੍ਹਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਆਪਣਾ ਜਿਹੜਾ ਜੀਵਨ ਉਹ ਕੁਰਬਾਨ ਕੀਤਾ, ਅਸੀਂ ਉਹਨਾਂ ਸਾਰਿਆਂ ਦੀਆਂ ਜੀਵਨੀਆਂ ਜਿਹੜੀਆਂ ਹੈ ਉਹ ਪੜ੍ਹਦੇ ਹਾਂ। ਤੀਜਾ ਖੇਤਰ ਸਾਹਿਤਕਾਰਾਂ ਦੀਆਂ ਜੀਵਨੀਆਂ। ਸਾਹਿਤਕਾਰ ਪਿਆਰੇ ਵਿਦਿਆਰਥੀਓ, ਜਿਨ੍ਹਾਂ ਨੇ ਸਾਹਿਤ ਰਚਿਆ ਹੁੰਦਾ, ਜਿਵੇਂ ਭਾਈ ਵੀਰ ਸਿੰਘ ਹੋ ਗਏ, ਪ੍ਰੋਫੈਸਰ ਮੋਹਨ ਸਿੰਘ ਹੋ ਗਏ, ਪ੍ਰੋਫੈਸਰ ਪੂਰਨ ਸਿੰਘ ਹੋ ਗਏ, ਅੰਮ੍ਰਿਤਾ ਪ੍ਰੀਤਮ ਹੋ ਗਏ, ਸੁਰਜੀਤ ਪਾਤਰ ਹੋ ਗਏ, ਜਿੰਨੇ ਵੀ ਸਾਹਿਤਕਾਰ ਜਿਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਮੱਲਾਂ ਮਾਰੀਆਂ, ਗੁਰਦਿਆਲ ਸਿੰਘ ਜੀ ਹੋ ਗਏ, ਹੈ ਨਾ, ਤਾਂ ਇਹਨਾਂ ਸਾਰਿਆਂ ਦੇ ਜੀਵਨ ਬਾਰੇ ਜੋ ਜੀਵਨੀਆਂ ਲਿਖੀਆਂ ਹੁੰਦੀਆਂ, ਅਸੀਂ ਉਹਨਾਂ ਨੂੰ ਸਾਹਿਤਕਾਰਾਂ ਦੀਆਂ ਜੀਵਨੀਆਂ ਕਹਿ ਸਕਦੇ ਹਾਂ। ਜੀਵਨੀ ਦਾ ਮੁੱਖ ਵਿਸ਼ਾ ਮਨੁੱਖੀ ਚਰਿੱਤਰ ਹੈ, ਜਿਸ ਨੂੰ ਜੀਵਨੀ ਰਾਹੀਂ ਹੀ ਪੇਸ਼ ਕੀਤਾ ਜਾ ਸਕਦਾ ਹੈ। ਜੀਵਨੀ ਦੇ ਵਿੱਚ ਕੀ ਪੇਸ਼ ਕੀਤਾ ਜਾਂਦਾ ਹੈ? ਇੱਕ ਮਨੁੱਖ ਦਾ ਚਰਿੱਤਰ, ਉਹਦੇ ਜੀਵਨ ਦਾ ਬਿਉਰਾ, ਤੇ ਜਿਸ ਨੂੰ ਅਸੀਂ ਜੀਵਨੀ ਕਹਿੰਦੇ ਹਾਂ। ਤੇ ਜੀਵਨੀ ਰਾਹੀਂ ਹੀ ਮਨੁੱਖ ਦਾ ਜੀਵਨ ਅਸੀਂ ਕਿਸੇ ਦੇ ਸਾਹਮਣੇ ਰੱਖ ਸਕਦੇ ਹਾਂ। ਆਓ ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਜੀਵਨੀ ਦੇ ਕਿਹੜੇ ਕਿਹੜੇ ਜਿਹੜੇ ਉਹ ਤੱਥ ਹੁੰਦੇ ਆ, ਉਹਨਾਂ ਦੀ ਗੱਲ ਕਰਦੇ ਹੋਏ ਆਪਾਂ ਗੱਲ ਅੱਗੇ ਵਧਾਉਂਦੇ ਹਾਂ। ਜੀਵਨੀ ਨਾਇਕ ਸੰਬੰਧੀ ਸਰੋਤਾਂ ਦੀ ਭਾਲ। ਵਿਦਿਆਰਥੀਓ, ਜਦੋਂ ਕੋਈ ਲੇਖਕ ਇਹ ਸੋਚਦਾ ਹੈ ਕਿ ਮੈਂ ਕਿਸੇ ਦੀ ਜੀਵਨੀ ਲਿਖਣੀ ਹੈ, ਤਾਂ ਸਾਨੂੰ ਉੱਥੇ ਸਭ ਤੋਂ ਮੁੱਢਲੀ ਜ਼ਰੂਰਤ ਕਿਸ ਚੀਜ਼ ਦੀ ਹੁੰਦੀ ਹੈ? ਜਾਣਕਾਰੀ ਦੀ। ਕਿ ਸਾਡੇ ਕੋਲੇ ਐਸੀ ਜਾਣਕਾਰੀ ਉਪਲਬਧ ਹੋਵੇ ਜਿਸ ਦੇ ਆਧਾਰ 'ਤੇ ਅਸੀਂ ਕਿਸੇ ਦਾ ਜੀਵਨ ਚਰਿੱਤਰ ਕਰ ਸਕੀਏ। ਤੁਸੀਂ ਚਰਿੱਤਰ ਚਿੱਤਰਨ ਕਰਦੇ ਹੋ, ਹੈ ਨਾ, ਆਪਣੇ ਨਾਵਲਾਂ ਦੇ ਵਿੱਚ, ਇਕਾਂਗੀਆਂ ਦੇ ਵਿੱਚ ਕਰਦੇ ਹੋ, ਤਾਂ ਉਹ ਤੁਸੀਂ ਕਿੱਥੋਂ ਕਰਦੇ ਹੋ? ਕਿੱਥੋਂ ਤੁਹਾਨੂੰ ਪਤਾ ਲੱਗਦਾ ਹੈ? ਜੇ ਤੁਸੀਂ ਕਿਸੇ ਇਕਾਂਗੀ ਦਾ ਪਾਤਰ ਚਿੱਤਰਨ ਕਰਨਾ ਹੈ, ਮੰਨ ਲਓ ਤੁਸੀਂ ਔਰੰਗਜ਼ੇਬ ਦਾ ਪਾਤਰ ਚਿੱਤਰਨ ਕਰਨਾ ਹੈ, ਤੁਸੀਂ ਜ਼ਫਰਨਾਮਾ ਇਕਾਂਗੀ ਦੇ ਆਧਾਰ 'ਤੇ, ਤਾਂ ਤੁਹਾਡਾ ਸਰੋਤ ਕੀ ਹੁੰਦਾ ਹੈ? ਜ਼ਫਰਨਾਮਾ ਇਕਾਂਗੀ, ਹੈ ਨਾ। ਤਾਂ ਸਾਨੂੰ ਸਰੋਤਾਂ ਦੀ ਫਿਰ ਲੋੜ ਪੈਂਦੀ ਹੈ ਜਦੋਂ ਅਸੀਂ ਇਹ ਪਾਤਰ ਚਿੱਤਰਨ ਕਰਨਾ ਹੁੰਦਾ। ਜੀਵਨੀ ਵੀ ਇੱਕ ਤਰ੍ਹਾਂ ਦਾ ਪਾਤਰ ਚਿੱਤਰਨ ਤੁਸੀਂ ਕਹਿ ਸਕਦੇ ਹੋ। ਜੀਵਨੀ ਵਿੱਚ ਨਾਇਕ ਦੀ ਸਮੁੱਚੀ ਸ਼ਖਸੀਅਤ ਦੇ ਵਿਕਾਸ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣਾ ਚਾਹੀਦਾ ਹੈ। ਆਪਣੇ ਬਿਆਨ ਨੂੰ ਸੱਚ ਦੇ ਨੇੜੇ ਬਣਾਉਣ ਲਈ ਲੇਖਕ ਆਪਣੇ ਨਾਇਕ ਨੂੰ ਸਮਝਣ ਲਈ ਕਈਆਂ ਸਰੋਤਾਂ ਦੀ ਜਿਹੜੀ ਵਰਤੋਂ ਆ ਉਹ ਕਰਦਾ। ਉਹ ਆਪਣੇ ਨਾਇਕ ਦੀਆਂ ਚਿੱਠੀਆਂ, ਸਰਕਾਰੀ ਗਜ਼ਟਾਂ, ਖਾਨਦਾਨੀ ਪੱਤਰਾਂ, ਦੋਸਤਾਂ ਮਿੱਤਰਾਂ ਤੇ ਸਮਕਾਲੀ ਵਸੀਲਿਆਂ ਦਾ ਆਸਰਾ ਲੈਂਦਾ ਹੈ। ਜੀਵਨੀ ਨਾਇਕ ਸ਼ਖਸੀਅਤ, ਇਤਿਹਾਸਕਤਾ ਤੇ ਕਲਪਨਾ ਉੱਤੇ ਆਧਾਰਿਤ ਹੁੰਦੀ ਹੈ। ਇਹਨਾਂ ਤੱਤਾਂ ਦੇ ਸੁਮੇਲ ਨਾਲ ਹੀ ਸਫਲ ਜੀਵਨੀ ਦੀ ਰਚਨਾ ਕੀਤੀ ਜਾ ਸਕਦੀ ਹੈ। ਆਧੁਨਿਕ ਕਾਲ ਵਿੱਚ ਜੀਵਨੀ ਸ਼ਰਧਾ ਤੇ ਆਧਾਰਿਤ ਨਹੀਂ ਹੁੰਦੀ, ਸਗੋਂ ਜੀਵਨੀਕਾਰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਨਾਇਕ ਦੇ ਗੁਣਾਂ ਤੇ ਔਗੁਣਾਂ ਦੋਹਾਂ ਦਾ ਲੇਖਾ ਜੋਖਾ ਕਰਦਾ। ਵਿਦਿਆਰਥੀਓ, ਜੀਵਨੀ ਲਿਖਣ ਦੇ ਸਰੋਤ ਕਈ ਹੋ ਸਕਦੇ ਹੈ, ਕਿਉਂਕਿ ਸਮਾਂ ਬਦਲ ਗਿਆ। ਅੱਜ ਦੇ ਸਮੇਂ ਦੇ ਵਿੱਚ ਤਾਂ ਜੀਵਨੀ ਲਿਖਣੀ ਆਪਾਂ ਕਹਿ ਸਕਦੇ ਹਾਂ ਕਿ ਸੌਖੀ ਹੈ, ਕਿਉਂਕਿ ਸਾਨੂੰ ਕਿਸੇ ਵੀ ਵਿਅਕਤੀ ਬਾਰੇ ਬਹੁਤ ਸਾਰਾ ਜਿਹੜਾ ਡਾਟਾ ਹੈ ਉਹ ਚਿੱਠੀਆਂ, ਸਰਕਾਰੀ ਗਜ਼ਟਾਂ, ਖਾਨਦਾਨੀ ਪੱਤਰਾਂ, ਦੋਸਤਾਂ ਮਿੱਤਰਾਂ ਦੇ ਨਾਲ ਕਈ ਡਿਜੀਟਲ ਇੰਟਰਵਿਊ ਵਗੈਰਾ ਬਹੁਤ ਸਾਰਿਆਂ ਨੇ ਕੀਤੀਆਂ ਹੁੰਦੀਆਂ, ਤਾਂ ਉਹਨਾਂ ਦੇ ਆਧਾਰ 'ਤੇ ਅਸੀਂ ਲਿਖ ਸਕਦੇ ਹਾਂ। ਪਰ ਦੇਖੋ, ਕੁਝ ਇੱਕ ਦੋ ਗੱਲਾਂ ਇਹਦੇ ਵਿੱਚ ਬੜੀਆਂ ਵਧੀਆ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਕਿ ਅੱਜ ਦੇ ਸਮੇਂ ਵਿੱਚ ਜਿਹੜੀ ਵੀ ਜੀਵਨੀ ਲਿਖੀ ਜਾਵੇਗੀ ਜਾਂ ਲਿਖੀ ਜਾ ਰਹੀ ਹੈ ਜਾਂ ਜਿਹੜੀਆਂ ਲਿਖੀਆਂ ਗਈਆਂ, ਉਹਨਾਂ ਦੇ ਵਿੱਚ ਕਲਪਨਾ ਲਈ ਕੋਈ ਜਗ੍ਹਾ ਨਹੀਂ, ਕਿਉਂਕਿ ਹਰ ਤਰ੍ਹਾਂ ਦੇ ਜਿਹੜੇ ਸਬੂਤ ਹੈ ਉਹ ਸਾਡੇ ਕੋਲੇ ਕਿਤਾਬਾਂ ਦੇ ਰੂਪ ਦੇ ਵਿੱਚ, ਡਿਜੀਟਲ ਮੀਡੀਆ ਦੇ ਰੂਪ ਦੇ ਵਿੱਚ ਸਾਡੇ ਕੋਲੇ ਜਿਹੜੇ ਉਹ ਪਏ ਹੈ। ਤੇ ਸ਼ਰਧਾ ਤੇ ਆਧਾਰਿਤ ਹੋ ਕੇ ਜਿਹੜੀ ਜੀਵਨੀ ਹੈ ਉਹ ਨਹੀਂ ਲਿਖੀ ਜਾ ਸਕਦੀ।
ਜਿਹੜਾ ਚੰਗਾ ਜੀਵਨੀਕਾਰ ਹੈ ਉਹ ਜੀਵਨੀ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਲਿਖਦਾ ਹੈ। ਉਹ ਨਾਇਕ ਦੇ ਜਿੱਥੇ ਗੁਣਾਂ ਦੀ ਗੱਲ ਕਰਦਾ ਹੈ ਉੱਥੇ ਉਹ ਨਾਇਕ ਦੇ ਔਗਣਾਂ ਦੀ ਗੱਲ ਵੀ ਕਰਦਾ ਹੈ, ਤਾਂ ਕਿ ਜਿਹੜਾ ਪਾਠਕ ਹੈ ਉਸ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਮਿਲ ਸਕੇ ਕਿ ਉਸ ਨਾਇਕ ਦੇ ਜੀਵਨੀ ਨਾਇਕ ਨੇ ਕੀ ਪ੍ਰਾਪਤੀਆਂ ਕੀਤੀਆਂ ਤੇ ਕੀ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਜਿਹਦੇ ਨਾਲ ਉਹ ਹੋਰ ਪ੍ਰਾਪਤੀਆਂ ਕਰ ਸਕਦਾ। ਤਾਂ ਇਹੋ ਜਿਹੀਆਂ ਜਿਹੜੀਆਂ ਜੀਵਨੀਆਂ ਉਹ ਪਿਆਰੇ ਵਿਦਿਆਰਥੀਓ ਸਾਡੇ ਜੀਵਨ ਦੇ ਵਿੱਚ ਇੱਕ ਨਵੀਂ ਸੇਧ ਲੈ ਕੇ ਆਉਂਦੀਆਂ। ਆਪਾਂ ਅੱਗੇ ਜਾਣਦੇ ਹਾਂ ਨਾਇਕ ਦੀ ਸ਼ਖਸੀਅਤ। ਜਿਹੜੀ ਜੀਵਨੀ ਆ ਉਹ ਨਾਇਕ ਦੇ ਆਲੇ ਦੁਆਲੇ ਘੁੰਮਦੀ ਹੈ, ਕਿਉਂਕਿ ਉਸ ਦੇ ਹੀ ਜੀਵਨ ਦਾ ਉਹ ਸਾਰਾ ਬਿਉਰਾ ਹੁੰਦੀ ਹੈ। ਜੀਵਨੀ ਵਿੱਚ ਕੇਵਲ ਘਟਨਾਵਾਂ ਦਾ ਹੀ ਵਰਣਨ ਨਹੀਂ ਹੁੰਦਾ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਨਹੀਂ ਕਿ ਕੁਝ ਘਟਨਾਵਾਂ ਚੱਕ ਲਈਆਂ, ਜਿਵੇਂ ਕੋਈ ਫਿਲਮ ਹੈ ਤੇ ਉਸ ਅਸੀਂ ਘਟਨਾਵਾਂ ਦਾ ਜ਼ਿਕਰ ਕਰਕੇ ਕਿ ਵਿਅਕਤੀ ਇੱਥੇ ਗਿਆ, ਇਹਨੇ ਆਹ ਕੀਤਾ, ਇੱਥੇ ਗਿਆ, ਇਹਨੇ ਆਹ ਕੀਤਾ, ਸਿਰਫ ਘਟਨਾਵਾਂ ਦਾ ਅਸੀਂ ਵਰਣਨ ਨਹੀਂ ਕਰਦੇ। ਅਸੀਂ ਉਹਨਾਂ ਘਟਨਾਵਾਂ ਨੂੰ ਸਮੇਂ ਦੀ ਸਾਰਥਿਕਤਾ ਦੇ ਆਧਾਰ ਤੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਘਟਨਾਵਾਂ ਦਾ ਸਮੇਂ ਤੇ ਕੀ ਅਸਰ ਪਿਆ ਜਾਂ ਸਮੇਂ ਨੇ ਉਹਨਾਂ ਘਟਨਾਵਾਂ ਤੇ ਕੀ ਅਸਰ ਪਾਇਆ ਤੇ ਉਸ ਸਮੇਂ ਉਸ ਜੀਵਨੀ ਨਾਇਕ ਨੇ ਕਿਸ ਤਰ੍ਹਾਂ ਦੇ ਫੈਸਲੇ ਲਏ। ਜੀਵਨੀ ਵਿੱਚ ਕੇਵਲ ਘਟਨਾਵਾਂ ਦਾ ਵਰਣਨ ਹੀ ਨਹੀਂ ਹੁੰਦਾ, ਸਗੋਂ ਜੀਵਨੀ ਦੇ ਨਾਇਕ ਦੀ ਸ਼ਖਸੀਅਤ ਦੀ ਪੇਸ਼ਕਸ਼ ਵੀ ਹੁੰਦੀ ਹੈ। ਜੀਵਨੀਕਾਰ ਨਾਇਕ ਪ੍ਰਤੀ ਅੰਨੀ ਸ਼ਰਧਾ ਦਾ ਸ਼ਿਕਾਰ ਨਹੀਂ ਹੁੰਦਾ, ਅੰਨੀ ਸ਼ਰਧਾ ਦਾ ਧਾਰਨੀ ਨਹੀਂ ਬਣਦਾ, ਨਾ ਉਹ ਬਣ ਸਕਦਾ। ਜੇ ਉਹ ਅਜਿਹਾ ਕਰਦਾ ਹੈ ਤਾਂ ਉਹਦੀ ਜਿਹੜੀ ਜੀਵਨੀ ਹੈ ਉਹ ਪਾਠਕਾਂ ਦੀ ਸੱਥ ਦੇ ਵਿੱਚ ਨਕਾਰੀ ਜਾਂਦੀ। ਜੀਵਨੀਕਾਰ ਨਾਇਕ ਪ੍ਰਤੀ ਅੰਨੀ ਸ਼ਰਧਾ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਨਾਇਕ ਦੀਆਂ ਚੰਗਿਆਈਆਂ ਦੇ ਨਾਲ ਨਾਲ ਬੁਰਾਈਆਂ ਦਾ ਜ਼ਿਕਰ ਵੀ ਕਰਦਾ ਹੈ। ਇਸ ਤਰ੍ਹਾਂ ਨਾਇਕ ਦੇ ਚਰਿੱਤਰ ਦੇ ਵਰਣਨ ਕਰਦਾ ਹੋਇਆ ਉਹ ਇੱਕ ਯਥਾਰਥਕਤਾ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦੀ ਇੱਕ ਯਥਾਰਥਕ ਜੋ ਸ਼ਖਸੀਅਤ ਹੈ ਉਸ ਨੂੰ ਉਹ ਚਿੱਤਰਦਾ ਹੈ। ਜੀਵਨੀ ਵਿੱਚ ਨਾਇਕ ਦੇ ਉਹ ਸਾਰੇ ਨਿਖੜਵੇਂ ਆਚਰਨਕ, ਮਾਨਸਿਕ, ਬੌਧਿਕ ਤੇ ਭਾਵਕ ਗੁਣ ਆ ਜਾਂਦੇ ਹੈ ਜਿਹੜੇ ਸਮੁੱਚੇ ਰੂਪ ਵਿੱਚ ਉਸ ਦੀ ਸ਼ਖਸੀਅਤ ਦੀ ਸਿਰਜਣਾ ਕਰਦੇ। ਪਿਆਰੇ ਵਿਦਿਆਰਥੀਓ, ਇੱਕ ਚੰਗੀ ਜੀਵਨੀ ਦੇ ਵਿੱਚ ਤੁਹਾਨੂੰ ਨਾਇਕ ਦੀ ਸ਼ਖਸੀਅਤ ਦੇ ਹਰ ਪੱਖ ਦੀ ਜਿਹੜੀ ਜਾਣਕਾਰੀ ਆ ਉਹ ਮਿਲਦੀ ਹੈ। ਕੋਈ ਵੀ ਚੰਗੇ ਸਾਹਿਤਕਾਰ ਜੇ ਅਸੀਂ ਲੈ ਲਈਏ, ਪ੍ਰੋਫੈਸਰ ਮੋਹਨ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਦਿਆਲ ਸਿੰਘ ਜੀ, ਇਹਨਾਂ ਦੇ ਜੀਵਨ ਦੇ ਵਿੱਚ, ਸ਼ੁਰੂਆਤੀ ਜੀਵਨ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋਈਆਂ। ਉਹ ਘਟਨਾ ਅਸੀਂ ਕੋਈ ਆਰਥਿਕ ਘਟਨਾ, ਕੋਈ ਰਾਜਨੀਤਿਕ ਘਟਨਾ, ਕੋਈ ਚੰਗੇ ਲੋਕਾਂ ਦਾ ਮੇਲ ਮਿਲਾਪ, ਨਾ, ਤਾਂ ਇਹੋ ਜਿਹੀ ਘਟਨਾ ਕੋਈ ਅਸੀਂ ਕਹਿ ਸਕਦੇ ਹਾਂ ਜਿਹਦੇ ਨਾਲ ਉਹਨਾਂ ਦੇ ਜੀਵਨ ਨੇ ਮੋੜ ਖਾਧਾ ਤੇ ਉਹਨਾਂ ਨੇ ਜੀਵਨ ਦੇ ਵਿੱਚ ਅਜਿਹੀਆਂ ਪ੍ਰਾਪਤੀਆਂ ਕੀਤੀਆਂ। ਤੇ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਤੇ ਜਿਹੜਾ ਚੰਗਾ ਜੀਵਨੀਕਾਰ ਹੈ ਉਹਨਾਂ ਘਟਨਾਵਾਂ ਦੇ ਆਧਾਰ ਤੇ ਹੀ ਆਪਣੇ ਨਾਇਕ ਦੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਪਰਖਣ ਦੀ ਉਹ ਕੋਸ਼ਿਸ਼ ਕਰਦਾ। ਸੱਚ ਦੀ ਭਾਲ। ਚੰਗੇ ਜੀਵਨੀਕਾਰ ਲਈ ਇਹ ਜ਼ਰੂਰੀ ਹੈ ਕਿ ਜੋ ਵੀ ਉਹਨੂੰ ਡਾਟਾ ਮਿਲਿਆ ਕਿਸੇ ਵੀ ਵਿਅਕਤੀ ਬਾਰੇ ਜਿਸ ਦੀ ਜੀਵਨੀ ਉਹ ਲਿਖ ਰਿਹਾ ਉਹਦੇ ਵਿੱਚੋਂ ਉਹਨੂੰ ਉਹ ਨਿਚੋੜੇ। ਜਿਵੇਂ ਆਪਾਂ ਕੱਪੜੇ ਨੂੰ ਨਿਚੋੜ ਕੇ ਉਹਦੇ ਵਿੱਚੋਂ ਪਾਣੀ ਕੱਢ ਦਿੰਦੇ ਹਾਂ, ਚਾਹ ਨੂੰ ਪੁਣ ਕੇ ਆਪਾਂ ਉਹਨੂੰ ਸਾਫ਼ ਕਰ ਲੈਂਦੇ ਹਾਂ, ਉਸੇ ਤਰ੍ਹਾਂ ਹੀ ਘਟਨਾਵਾਂ ਨੂੰ ਇੱਕ ਚੰਗੇ ਜੀਵਨੀਕਾਰ ਦੁਆਰਾ ਪੁਣਨਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜਿੰਨਾ ਵੀ ਸਾਰਾ ਉਹਦੇ ਹੱਥ ਲੱਗਣਾ ਉਹ ਸਾਰਾ ਸੱਚ ਨਹੀਂ ਹੋਣਾ। ਉਹ ਇੱਕ ਐਸਾ ਮਲਬਾ ਹੁੰਦਾ ਹੈ ਜਿਹਦੇ ਵਿੱਚੋਂ ਉਹਨੇ ਜਿਹੜਾ ਸੱਚ ਹੈ ਉਹ ਬਾਹਰ ਕੱਢਣਾ ਹੁੰਦਾ। ਜੀਵਨੀਕਾਰ ਆਪਣੀ ਕਲਪਨਾ ਤੇ ਜੀਵਨ ਦ੍ਰਿਸ਼ਟੀ ਨਾਲ ਸੰਸਾਰ ਵਿੱਚ ਵਾਪਰਦੀਆਂ ਘਟਨਾਵਾਂ ਵਿੱਚੋਂ ਅਜਿਹੇ ਸਾਰੇ ਤੱਤਾਂ ਦੀ ਭਾਲ ਕਰਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਨਾਇਕ ਦੀ ਆਦਰਸ਼ ਜ਼ਿੰਦਗੀ ਦੇ ਸਹਾਰੇ ਲੋਕਾਂ ਸਾਹਮਣੇ ਰੱਖਣਾ ਚਾਹੁੰਦਾ ਹੈ, ਜੋ ਕੁਝ ਪ੍ਰਤੱਖ ਹੁੰਦਾ ਹੈ। ਸਾਰੇ ਸਰੋਤਾਂ ਦੀ ਭਾਲ ਕਰ ਲਈ, ਉਹਨੂੰ ਪਤਾ ਹੁੰਦਾ ਹੈ ਕਿ ਨਾਇਕ ਕਿਸ ਤਰ੍ਹਾਂ ਦਾ ਹੈ ਤੇ ਮੈਂ ਕਿਸ ਤਰ੍ਹਾਂ ਦੀ ਜਿਹੜੀ ਸਿੱਖਿਆ ਹੈ ਜੀਵਨੀ ਦੇ ਵਿੱਚੋਂ ਲੋਕਾਂ ਨੂੰ ਦੇਣੀ ਹੈ। ਤਾਂ ਉਹਦੇ 'ਤੇ ਫਿਰ ਜਿਹੜਾ ਜੀਵਨੀਕਾਰ ਹੈ ਉਹ ਕੰਮ ਕਰਦਾ ਹੈ ਲੋਕਾਂ ਦੇ ਸਾਹਮਣੇ ਪ੍ਰਤੱਖ ਰੂਪ ਵਿੱਚ ਰੱਖਣ ਲਈ। ਉਹ ਅਸਲ ਜੀਵਨੀ ਨਹੀਂ ਹੁੰਦੀ, ਸਗੋਂ ਜੋ ਪ੍ਰਤੱਖ ਦੇ ਪਿੱਛੇ ਲੁਕਵੇਂ ਤੌਰ ਤੇ ਗਤੀਸ਼ੀਲ ਹੁੰਦਾ ਹੈ ਉਹ ਹੈ ਜੀਵਨੀਕਾਰ ਦੀ ਅਸਲ ਭਾਲ। ਵਿਦਿਆਰਥੀਓ, ਘਟਨਾਵਾਂ ਕਿਸੇ ਵੀ ਨਾਇਕ ਦੇ ਜੀਵਨ ਦੇ ਵਿੱਚ ਘਟਦੀਆਂ, ਪਰ ਉਹਨਾਂ ਘਟਨਾਵਾਂ ਦੇ ਪਿੱਛੇ ਜੋ ਚੀਜ਼ ਖੜੀ ਹੋਈ ਹੈ ਉਹ ਜੇ ਲੇਖਕ ਸਾਡੇ ਤੱਕ ਪਹੁੰਚਾ ਦੇਵੇ ਤਾਂ ਅਸੀਂ ਉਸ ਨੂੰ ਸਫਲ ਜੀਵਨੀਕਾਰ ਕਹਾਂਗੇ।
ਇਹਨਾਂ ਘਟਨਾਵਾਂ ਵਿੱਚੋਂ ਸੱਚ ਦੀ ਭਾਲ ਜਿਹੜੀ ਆ ਉਹ ਕਰਨੀ ਹੁੰਦੀ ਹੈ। ਇਹ ਸੱਚ ਹੀ ਮਹਾਨ ਵਿਅਕਤੀ ਨੂੰ ਆਮ ਵਿਅਕਤੀ ਤੋਂ ਨਿਖੇੜਦਾ। ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੀਵਨੀ ਤਾਂ ਕਿਸੇ ਦੀ ਵੀ ਲਿਖੀ ਜਾ ਸਕਦੀ ਹੈ ਨਾ, ਪਰ ਸੱਚ ਲਿਖਣਾ, ਜੀਵਨ ਨੇ ਕਿਵੇਂ ਮੋੜ ਕੱਟੇ ਤੇ ਕਿਵੇਂ ਪ੍ਰਾਪਤੀਆਂ ਹੋਈਆਂ, ਜੇ ਇਹਨਾਂ ਦੀ ਭਾਲ ਜਿਹੜਾ ਹੈ ਇੱਕ ਜੀਵਨੀਕਾਰ ਕਰ ਲਵੇ ਤਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਜਿਸ ਬਾਰੇ ਜੀਵਨੀ ਲਿਖੀ ਜਾ ਰਹੀ ਹੈ ਆਮ ਤੇ ਖਾਸ ਦੇ ਵਿੱਚ ਕੀ ਫਰਕ ਹੈ। ਜੀਵਨੀਕਾਰ ਦੇ ਸਾਹਮਣੇ ਨਾਇਕ ਦਾ ਜੀਵਨ ਬਿਉਰਾ ਇਕੱਤਰ ਕਰਨਾ ਹੀ ਨਹੀਂ ਹੁੰਦੀ, ਸਗੋਂ ਤੱਥਾਂ ਦੇ ਆਧਾਰ ਤੇ ਜਿਹੜੀ ਜੀਵਨੀ ਹੈ ਉਸ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਇੱਕ ਵੱਡਾ ਮਕਸਦ ਹੁੰਦਾ ਹੈ ਜੀਵਨੀਕਾਰ। ਤਾਂ ਪਿਆਰੇ ਵਿਦਿਆਰਥੀਓ, ਸੱਚ ਦੀ ਭਾਲ ਜੀਵਨੀ ਦੇ ਵਿੱਚ ਬਹੁਤ ਜ਼ਰੂਰੀ ਹੈ। ਸੱਚ ਦੇ ਬਿਨਾਂ ਕਿਸੇ ਵੀ ਜੀਵਨੀ ਨੂੰ ਪਾਠਕਾਂ ਦੀ ਸੱਥ ਦੇ ਵਿੱਚ ਮਨਜ਼ੂਰ ਨਹੀਂ ਕਰਵਾਇਆ ਜਾ ਸਕਦਾ। ਹੁਣ ਇੱਕ ਚੀਜ਼ ਤੁਸੀਂ ਇੱਥੇ ਸਾਰੇ ਦੇਖਿਓ ਕਿ ਜੀਵਨੀ ਇੱਕ ਕਹਾਣੀ ਵੀ ਹੁੰਦੀ ਹੈ, ਉਹਨੂੰ ਇੱਕ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਉਂਕਿ ਰੌਚਕਤਾ ਵੀ ਜ਼ਰੂਰੀ ਹੈ ਨਾ। ਜੋ ਲੇਖਕ ਹੈ ਉਹਨੇ ਬਹੁਤ ਹੀ ਚੀਜ਼ਾਂ ਸੋਚਣੀਆਂ ਹੁੰਦੀਆਂ ਕਿ ਜਿਹੜਾ ਪਾਠਕ ਹੈ ਉਸ ਤੇ ਕਿਹੜੀ ਚੀਜ਼ ਪ੍ਰਭਾਵ ਪਾਵੇ। ਜੀਵਨੀ ਦਾ ਨਾਇਕ ਕੋਈ ਮਹਾਨ ਵਿਅਕਤੀ ਹੁੰਦਾ ਹੈ, ਪਰ ਉਹਨਾਂ ਮਹਾਨ ਘਟਨਾਵਾਂ ਦਾ ਜ਼ਿਕਰ ਵਿੱਚ ਆਉਣਾ ਤੇ ਜਲਦੀ ਆਉਣਾ, ਸਟੈਪ ਬਾਏ ਸਟੈਪ ਆਉਣਾ, ਪਾਠਕ ਦੀ ਰੌਚਕਤਾ ਨੂੰ ਖਿੱਚ ਕੇ ਰੱਖਣਾ ਵੀ ਜਿਹੜਾ ਲੇਖਕ ਹੈ ਉਹਦੇ ਲਈ ਇੱਕ ਚੈਲੰਜ ਹੈ। ਤਾਂ ਜੀਵਨੀ ਲੇਖਕ ਦਾ ਯੋਗਦਾਨ ਦੇ ਉਸਾਰੂ ਕਲਪਨਾ। ਬੇਸ਼ੱਕ ਜੀਵਨੀ ਦੀ ਰਚਨਾ ਕਰਨ ਵਿੱਚ ਜੀਵਨੀਕਾਰ ਪੂਰੀ ਤਰ੍ਹਾਂ ਹਾਜ਼ਰ ਰਹਿੰਦਾ ਹੈ, ਪਰ ਜੀਵਨੀ ਦੇ ਪਾਠ ਵਿੱਚ ਉਹ ਆਮ ਕਰਕੇ ਗੈਰ ਹਾਜ਼ਰ ਹੀ ਹੁੰਦਾ ਹੈ। ਉਹ ਇੱਕ ਵਿੱਥ ਤੇ ਖੜਾ ਹੋ ਕੇ ਨਾਇਕ ਦਾ ਵਰਣਨ ਕਰਦਾ ਹੈ, ਪਰੰਤੂ ਉਹ ਆਪਣੀ ਗੈਰ ਹਾਜ਼ਰੀ ਵਿੱਚ ਹੀ ਕਈ ਕਰਤੱਵ ਨਿਭਾਉਂਦਾ ਹੈ। ਜੀਵਨੀਕਾਰ ਦਾ ਪਹਿਲਾ ਕਰਤੱਵ ਇਤਿਹਾਸ, ਕਲਪਨਾ ਤੇ ਸਾਹਿਤਕ ਸ਼ੈਲੀ ਵਿੱਚ ਇੱਕ ਸੁਮੇਲ ਪੈਦਾ ਕਰਨਾ ਹੁੰਦਾ ਹੈ। ਜੀਵਨੀਕਾਰ ਦਾ ਦੂਸਰਾ ਕਰਤੱਵ ਇਹ ਹੁੰਦਾ ਹੈ ਕਿ ਉਹ ਸੁਹਿਰਦ, ਸੁਤੰਤਰ ਤੇ ਨਿਰਪੱਖ ਰਹਿੰਦਾ ਹੋਇਆ ਜੀਵਨੀ ਨਾਇਕ ਚਿੱਤਰਦਾ ਹੈ। ਵਿਦਿਆਰਥੀਓ, ਜੀਵਨੀ ਜਿਹੜੀ ਲਿਖਣੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਕਿਉਂਕਿ ਇਹਦੇ ਵਿੱਚ ਜੋ ਵੀ ਲਿਖ ਰਿਹਾ ਹੈ ਉਹਨੇ ਵੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਸਹੀਆਂ ਹੁੰਦੀਆਂ, ਤਾਂ ਅਣਚਾਹਿਆ ਵੀ ਕਈ ਵਾਰ ਜਿਹੜੀਆਂ ਉਹਦੀਆਂ ਖੁਦ ਨਾਲ ਵਾਪਰੀਆਂ ਘਟਨਾਵਾਂ ਦੇ ਜਿਹੜੇ ਤੱਥ ਹੈ ਉਹ ਜੀਵਨੀ ਦੇ ਵਿੱਚ ਜਾਣ ਦੀ ਸੰਭਾਵਨਾ ਰਹਿੰਦੀ। ਤਾਂ ਇਸੇ ਲਈ ਲੇਖਕ ਕਹਿ ਰਿਹਾ ਕਿ ਜਿਹੜਾ ਜੀਵਨੀ ਦੀ ਰਚਨਾ ਕਰਨ ਵਿੱਚ ਜੀਵਨੀਕਾਰ ਪੂਰੀ ਤਰ੍ਹਾਂ ਹਾਜ਼ਰ ਰਹਿੰਦਾ ਹੈ, ਪਰ ਜੀਵਨੀ ਦੇ ਪਾਠ ਵਿੱਚ ਉਹ ਆਮ ਕਰਕੇ ਗੈਰ ਹਾਜ਼ਰ ਹੀ ਹੁੰਦਾ। ਪਰ ਇੱਕ ਚੰਗਾ ਜੀਵਨੀਕਾਰ ਕੋਸ਼ਿਸ਼ ਕਰਦਾ ਹੈ ਕਿ ਉਹ ਸਿਰਫ ਨਾਇਕ ਦਾ ਜਿਹੜਾ ਚਰਿੱਤਰ ਚਿਤਰਨਾ ਹੈ ਉਸ ਦੀ ਹੀ ਉਹ ਗੱਲ ਕਰ ਸਕੇ ਤੇ ਘਟਨਾਵਾਂ ਨੂੰ ਪੂਰੀ ਇਮਾਨਦਾਰੀ ਨਾਲ ਉਹ ਪੇਸ਼ ਕਰ ਸਕੇ। ਉਹ ਇੱਕ ਇੰਨੀ ਕੁ ਵਿੱਥ ਬਣਾ ਕੇ ਖੜ ਜਾਂਦਾ ਹੈ ਕਿ ਜਿੱਥੋਂ ਉਹ ਸਾਰਾ ਚੰਗਾ ਬਿਉਰਾ ਵੀ ਦੇ ਸਕੇ ਤੇ ਉਸਦੇ ਖੁਦ ਦੇ ਜੀਵਨ ਦੇ ਜਿਹੜੇ ਤੱਤ ਹੈ ਉਹ ਇਸ ਜੀਵਨੀ ਦੇ ਵਿੱਚ ਨਾ ਰਲ ਸਕਣ। ਉਹ ਗੈਰ ਹਾਜ਼ਰ ਰਹਿ ਕੇ ਵੀ ਆਪਣਾ ਕਰਤੱਵ ਇੱਥੇ ਨਿਭਾਉਂਦਾ ਹੈ। ਅਗਲਾ ਕਰਤੱਵ ਜਿਹੜਾ ਉਹਦਾ ਮੁੱਖ ਹੁੰਦਾ ਹੈ ਕਿ ਇਤਿਹਾਸ, ਕਲਪਨਾ ਤੇ ਸਾਹਿਤਕ ਸ਼ੈਲੀ ਵਿੱਚ ਇੱਕ ਸੁਮੇਲ ਪੈਦਾ ਕਰਨਾ ਹੁੰਦਾ। ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਜੇ ਰੌਚਕਤਾ ਨਹੀਂ ਹੈ ਜੀਵਨੀ ਦੇ ਵਿੱਚ, ਹੁਣ ਜੇ ਕਿਸੇ ਦੀ ਵੀ ਇਤਿਹਾਸਕ ਵਿਅਕਤੀ ਦੀ ਅਸੀਂ ਜੀਵਨ ਬਿਉਰਾ ਅਸੀਂ ਜਾਣਦੇ ਹਾਂ, ਤਾਂ ਬਹੁਤਿਆਂ ਦਾ ਇਤਿਹਾਸਕ ਘਟਨਾਵਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਹੁੰਦੀ। ਪਰ ਓਵਰ ਜੇ ਵੇਖੀਏ ਤਾਂ ਜੀਵਨੀ ਹੈ ਤਾਂ ਇੱਕ ਸਾਹਿਤਕ ਵਿਧਾ, ਤੇ ਜੇ ਸਾਹਿਤਕ ਵਿਧਾ ਹੈ ਤਾਂ ਉਹਦੇ ਵਿੱਚ ਰੌਚਕਤਾ ਵੀ ਹੋਣੀ ਜ਼ਰੂਰੀ ਹੈ। ਰੌਚਕਤਾ ਤੋਂ ਬਿਨਾਂ ਉਹਨੂੰ ਪਾਠਕ ਪੜ੍ਹਦਾ ਨਹੀਂ। ਤਾਂ ਫਿਰ ਉੱਥੇ ਜਿਹੜਾ ਜੀਵਨੀਕਾਰ ਹੈ ਉੱਥੇ ਇੱਕ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਸੁਮੇਲ ਬਣਾ ਕੇ ਚੱਲਦਾ। ਤੇ ਜੀਵਨੀਕਾਰ ਦਾ ਅਗਲਾ ਜਿਹੜਾ ਕਰਤੱਵ ਹੈ ਉਹ ਇਹ ਹੁੰਦਾ ਕਿ ਉਹ ਸੁਹਿਰਦ, ਸੁਤੰਤਰ ਤੇ ਨਿਰਪੱਖ ਰਹਿੰਦਾ ਹੋਇਆ ਜੀਵਨੀ ਨਾਇਕ ਚਿੱਤਰਦਾ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਉਸਨੇ ਜੀਵਨੀ ਨਾਇਕ ਜਿਹੜਾ ਹੁੰਦਾ ਉਸਦੇ ਜੀਵਨ ਦੀਆਂ ਘਟਨਾਵਾਂ ਦਾ ਚਿੱਤਰਨ ਕਰਨਾ ਹੁੰਦਾ ਹੈ, ਜਿਸ ਕਰਕੇ ਉਹਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ। ਬੋਲੀ ਤੇ ਸ਼ੈਲੀ। ਹੁਣ ਦੇਖੋ, ਜੇ ਜੀਵਨੀ ਕਿਸੇ ਬਾਰੇ ਵੀ ਲਿਖੀ ਹੋਈ ਹੈ, ਹੁਣ ਜੇ ਆਪਾਂ ਸਾਡੇ ਕ੍ਰਾਂਤੀਕਾਰੀ ਜੀਵਨੀਆਂ ਦੀ ਗੱਲ ਕਰੀਏ, ਭਗਤ ਸਿੰਘ ਦੀ ਜੀਵਨੀ ਦੀ ਗੱਲ ਕਰੀਏ, ਤਾਂ ਭਗਤ ਸਿੰਘ ਦਾ ਸੰਬੰਧ ਸਾਡੇ ਦੇਸ਼ ਨਾਲ,
ਸਾਡੇ ਪੰਜਾਬ ਨਾਲ ਹੈ, ਪੰਜਾਬੀ ਲੋਕਾਂ ਨਾਲ ਹੈ, ਹੈ ਨਾ। ਤਾਂ ਭਗਤ ਸਿੰਘ ਬਾਰੇ ਜਿਹੜੀ ਜੀਵਨੀ ਲਿਖੀ ਜਾਊਗੀ ਉਹਦੀ ਬੋਲੀ ਕੋਸ਼ਿਸ਼ ਕੀਤੀ ਜਾਊਗੀ ਕਿ ਉਹ ਸਾਡੀ ਬੋਲੀ ਦੇ ਵਿੱਚ ਲਿਖੀ ਜਾਵੇ। ਸਾਡੀ ਫਿਰ ਇੱਕ ਟਕਸਾਲੀ ਬੋਲੀ ਹੈ ਪੰਜਾਬੀ, ਫਿਰ ਉਹਦੇ ਵਿੱਚ ਅੱਗੇ ਉਪ ਬੋਲੀਆਂ ਆ ਜਾਂਦੀਆਂ, ਹੈ ਨਾ। ਤਾਂ ਜੇ ਉਹ ਸਾਡੀ ਬੋਲੀ ਦੇ ਵਿੱਚ ਸਾਡੇ ਲੋਕਾਂ ਦੀ ਗੱਲ ਕਿਸੇ ਨੇ ਕੀਤੀ ਹੋਊਗੀ ਤਾਂ ਫਿਰ ਹੀ ਸਾਡੀ ਪੜ੍ਹਨ ਦੇ ਵਿੱਚ ਦਿਲਚਸਪੀ ਹੋਊ। ਫਿਰ ਉਹਦੀ ਸ਼ੈਲੀ ਵੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ, ਵੀ ਉਹ ਬੋਰਿੰਗ ਨਾ ਹੋਵੇ ਕਿ ਸਾਨੂੰ ਐਂ ਲੱਗੇ ਕਿ ਇਹ ਤਾਂ ਕੋਈ ਐਂ ਲੱਗਦਾ ਜਿਵੇਂ ਕੋਈ ਆਪਦੀ ਮਰਜ਼ੀ ਨਾਲ ਹੀ ਬੈਠਾ ਕਹਾਣੀ ਸੁਣਾ ਰਿਹਾ। ਵੀ ਉਹ ਕਿਉਂਕਿ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਜਿਹੜੀਆਂ ਹੈ ਉਹ ਬਿਲਕੁਲ ਥੋੜ੍ਹੇ ਸਮੇਂ ਦੀਆਂ ਪਹਿਲਾਂ ਹੀ ਘਟੀਆਂ ਹੋਈਆਂ, ਸਾਰੀਆਂ ਰਿਕਾਰਡ ਦੇ ਵਿੱਚ ਹੈ। ਤਾਂ ਉੱਥੇ ਜੇ ਕੋਈ ਪ੍ਰਾਸੰਗਿਕ ਤੱਤਾਂ ਦੀ ਗੱਲ ਕਰਦਾ ਹੈ ਤਾਂ ਉਹ ਚੀਜ਼ਾਂ ਪਰ ਸਾਡੇ ਗਲੇ ਦੇ ਵਿੱਚ ਨਹੀਂ ਉਤਰਦੀਆਂ। ਬੋਲੀ ਤੇ ਸ਼ੈਲੀ, ਜੀਵਨੀ ਵਿੱਚ ਲਿਖਣ ਸ਼ੈਲੀ ਦਾ ਆਪਣਾ ਮਹੱਤਵ ਹੈ। ਪਰਪੱਕ ਸ਼ੈਲੀਕਾਰ ਸਧਾਰਨ ਚਰਿੱਤਰ ਨਾਇਕ ਦੀ ਜੀਵਨੀ ਨੂੰ ਵੀ ਰੌਚਕ ਤੇ ਸਵਾਦਲੀ ਬਣਾ ਦਿੰਦਾ। ਵੀ ਜੇ ਵਧੀਆ ਸ਼ੈਲੀ ਦੇ ਵਿੱਚ ਲਿਖੀ ਗਈ ਹੈ ਤਾਂ ਚਾਹੇ ਨਾਇਕ ਸਧਾਰਨ ਹੀ ਹੋਵੇ, ਕਿਉਂਕਿ ਹਰ ਵਿਅਕਤੀ ਦੇ ਜੀਵਨ ਦੀ ਘਾਲਣਾ ਕੋਈ ਇੰਨੀ ਜ਼ਿਆਦਾ ਵੀ ਨਹੀਂ ਹੁੰਦੀ ਕਿ ਉਸ ਨੂੰ ਦੂਜਿਆਂ ਦੇ ਬਰਾਬਰ ਖੜਾ ਕੀਤਾ ਜਾ ਸਕੇ। ਕਿਸੇ ਦੀ ਘਾਲਣਾ ਬਹੁਤ ਜ਼ਿਆਦਾ ਹੁੰਦੀ ਹੈ, ਅਸੀਂ ਖਿੱਚੇ ਜਾਂਦੇ ਹਾਂ ਉਹਦੇ ਜੀਵਨ ਬਾਰੇ ਜਾਣਨ ਲਈ। ਪਰ ਕੋਈ ਨਾਇਕ ਤਾਂ ਹੁੰਦਾ, ਪਰ ਇੰਨਾ ਵੱਡਾ ਨਾਇਕ ਨਹੀਂ ਹੁੰਦਾ। ਪਰ ਜੋ ਜੀਵਨੀਕਾਰ ਹੈ, ਜੇ ਉਹਦੇ ਵਿੱਚ ਕਲਾ ਹੈ, ਉਹਨੇ ਚੰਗੀ ਸ਼ੈਲੀ ਦੀ ਵਰਤੋਂ ਕੀਤੀ ਹੈ ਤਾਂ ਉਸ ਜੀਵਨੀ ਨੂੰ ਵੀ ਉਹ ਰੌਚਕ ਬਣਾ ਦਿੰਦਾ। ਜੀਵਨੀ ਦੀ ਸਫਲਤਾ ਦੋ ਗੱਲਾਂ ਉੱਤੇ ਨਿਰਭਰ ਕਰਦੀ ਹੈ। ਜਾਂ ਤਾਂ ਨਾਇਕ ਮਹਾਨ ਹੋਵੇ, ਦੋ ਗੱਲਾਂ ਉੱਤੇ ਜੀਵਨੀ ਦੀ ਸਫਲਤਾ ਨਿਰਭਰ ਕਰਦੀ ਹੈ। ਕਿਹੜੀਆਂ ਦੋ ਗੱਲਾਂ? ਜਾਂ ਤਾਂ ਨਾਇਕ ਮਹਾਨ ਹੋਵੇ ਜਾਂ ਲੇਖਕ ਹੀ ਇੰਨਾ ਮਹਾਨ ਹੋਵੇ ਕਿ ਉਸ ਦੀ ਕਲਮ ਦਾ ਜਾਦੂ ਪੱਥਰ ਨੂੰ ਵੀ ਪਾਰਸ ਬਣਾ ਦੇਵੇ। ਕਿ ਨਾਇਕ ਦੀਆਂ ਪ੍ਰਾਪਤੀਆਂ ਜੇ ਘੱਟ ਵੀ ਹੋਣ ਤਾਂ ਜਿਹੜਾ ਲੇਖਕ ਹੈ ਉਹਨੂੰ ਆਪਣੇ ਪੱਧਰ ਤੇ ਇੱਕ ਮਹਾਨਾਇਕ ਦੇ ਵਿੱਚ ਸਿਰਜਣ ਦੇ ਵਿੱਚ ਉਹ ਸਫਲ ਰਹੇ। ਹੁਣ ਅਸੀਂ ਪਿਆਰੇ ਵਿਦਿਆਰਥੀਓ ਗੱਲ ਕਰ ਲਈਏ ਪੰਜਾਬੀ ਸਾਹਿਤ ਦੇ ਵਿੱਚ ਜੋ ਜੀਵਨੀਆਂ ਰਚੀਆਂ ਗਈਆਂ। ਪੰਜਾਬੀ ਵਿੱਚ ਉੱਘੇ ਨੇਤਾਵਾਂ, ਇਤਿਹਾਸਕ ਦੇਸ਼ ਭਗਤਾਂ ਦੀਆਂ ਜਿਹੜੀਆਂ ਜੀਵਨੀਆਂ ਉਹ ਲਿਖੀਆਂ ਗਈਆਂ। ਗੁਰੂਆਂ ਪੀਰਾਂ ਦੀਆਂ ਜੀਵਨੀਆਂ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਤੇ ਜੀਵਨੀ ਲੇਖਕਾਂ ਵਿੱਚ ਮਾਸਟਰ ਤਾਰਾ ਸਿੰਘ, ਡਾਕਟਰ ਗੰਡਾ ਸਿੰਘ, ਤਖਤ ਸਿੰਘ, ਡਾਕਟਰ ਜਸਵੰਤ ਜੱਸ, ਸਾਧੂ ਸਿੰਘ, ਮਾਨ ਸਿੰਘ, ਪ੍ਰੋਫੈਸਰ ਨਰਿੰਜਨ ਸਿੰਘ, ਡਾਕਟਰ ਪਿਆਰ ਸਿੰਘ, ਡਾਕਟਰ ਤਰਲੋਚਨ ਸਿੰਘ, ਡਾਕਟਰ ਧਰਮਪਾਲ ਸਿੰਘਲ, ਪ੍ਰੋਫੈਸਰ ਹਰਦਿਆਲ ਸਿੰਘ, ਸਰਦਾਰ ਸੂਬਾ ਸਿੰਘ ਤੇ SS ਅਮੋਲ ਦੇ ਜਿਹੜੇ ਨਾਂ ਉਹ ਵਰਣਨਯੋਗ। ਪਿਆਰੇ ਵਿਦਿਆਰਥੀਓ, ਪੰਜਾਬੀ ਵਿੱਚ ਜਿਹੜੀ ਜੀਵਨੀ ਲਿਖਣ ਦਾ ਇਤਿਹਾਸ ਬਹੁਤ ਪੁਰਾਣਾ ਹੈ। ਚਾਹੇ ਅਸੀਂ ਇਸ ਨੂੰ ਆਪਦੇ ਪੀਰਾਂ ਫਕੀਰਾਂ ਗੁਰੂਆਂ ਤੋਂ ਲੈ ਕੇ ਚੱਕ ਲਈਏ ਤਾਂ ਹੀ ਸਾਡੇ ਕੋਲੇ ਸਾਡੇ ਗੁਰੂਆਂ ਪੀਰਾਂ ਸੂਫੀਆਂ ਦੀ ਜਿਹੜੀ ਜੀਵਨੀਆਂ ਹੈ ਉਹ ਉਪਲਬਧ ਹੈ। ਚਾਹੇ ਉਹ ਕਿਸੇ ਵੀ ਸ਼ਰਧਾ ਵਸ ਜਾਂ ਵਿਰੋਧ ਵਸ ਕਿਸੇ ਵੀ ਕਿਵੇਂ ਵੀ ਉਹ ਲਿਖੀਆਂ ਗਈਆਂ ਹੋਣ, ਪਰ ਅੱਜ ਦਾ ਜਿਹੜਾ ਮਨੁੱਖ ਹੈ ਉਹ ਇਸ ਦਾ ਨਿਖੇੜ ਕਰਨ ਦੇ ਕਾਬਲ ਹੈ। ਅਸੀਂ ਆਪਦੀ ਤਕਨੀਕ ਤੇ ਅਧਿਐਨ ਦੇ ਆਧਾਰ ਤੇ ਉਹਨਾਂ ਨੂੰ ਨਿਖੇੜ ਕਰਕੇ ਇੱਕ ਵਧੀਆ ਜੀਵਨੀਆਂ ਬਣਾ ਚੁੱਕੇ ਹਾਂ। ਤਾਂ ਉਮੀਦ ਹੈ ਅੱਜ ਦੀ ਵਿਚਾਰ ਚਰਚਾ ਤੋਂ ਪਿਆਰੇ ਵਿਦਿਆਰਥੀਓ ਤੁਸੀਂ ਜ਼ਰੂਰ ਲਾਭ ਉਠਾਓਗੇ। ਜੀਵਨੀ ਬਾਰੇ ਆਪਾਂ ਚਰਚਾ ਕੀਤੀ ਹੈ। ਇਹ ਸਾਡੇ ਸਾਹਿਤ ਦੀ ਇੱਕ ਖੂਬਸੂਰਤ ਵਿਧਾ ਹੈ ਜਿਸ ਰਾਹੀਂ ਭੁੱਲੇ ਵਿਸਰੇ ਲੋਕਾਂ ਦੀਆਂ ਜਿਹੜੀਆਂ ਜੀਵਨ ਦੀਆਂ ਗੱਲਾਂ ਬਾਤਾਂ ਹੈ ਉਹ ਸਾਡੇ ਤੱਕ ਪਹੁੰਚਦੀਆਂ ਤੇ ਅਸੀਂ ਇਸ ਕਾਬਲ ਹੁੰਦੇ ਹਾਂ ਕਿ ਅਸੀਂ ਇੱਕ ਵਧੀਆ ਜੀਵਨੀ ਦੀ ਰਚਨਾ ਕਰ ਸਕੀਏ। ਜੇ ਅਸੀਂ ਇਹਨਾਂ ਤੱਤਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇੱਕ ਵਧੀਆ ਕਿਸੇ ਦੀ ਜੀਵਨੀ ਨੂੰ ਲਿਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ। ਤੁਸੀਂ ਹੋਰ ਵੀ ਇਹਦੇ ਬਾਰੇ ਅਧਿਐਨ ਕਰਨਾ ਤੇ ਪੜ੍ਹਨਾ। ਮੇਰੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।